सावधानी दे विच ही सुख है। सो सावधानी करके जिहड़ी अपना फौज सीमावां ते लगाई है वो मार काट वास्ते नहीं लगाई। आने वाली स्थिति बिल्कुल बिगड़नी नहीं है, ये सिर्फ साडा कैंपेन है। भड़काण लग जाए तो चकते हैं कम नूं, जरा बचाण लग जाए तो बचते हैं। भाई पाकिस्तान तो खत्म हो जाएगा, इंडिया भी है ना भाई, 100 साल भी काबू नहीं आएगा। 100 साल भी जंग लगती है। हाँ जंग लगती है, किसी रेट में भी काबू में नहीं आएगा। हिंदू मुस्लिम का जरा सी सवाल पा के भी हिंदू अलग करते मुस्लिम अलग करते, फिर सब तो बड़ी उन्होंने बदतमीजी की, कपड़े तरा के बंदे चैक करके भी ये हिंदू है कि मुस्लिम है। इस कंपेन को दबाने वास्ते बड़े बड़े इंटैलीजेंट तुहाडे वर्गे इन्हां वर्गे सारे तैयार बैठे हैं। पर ਜਿਹੜੇ ਕਿ ਪੀਰੀਅਡ ਹੈਗੇ ਨੇ ਉਹਨਾਂ ਕਹਿ ਰਹੇ ਕਿ ਸਾਡੇ ਕੋਲ ਪੁੱਛਿਆ ਗਿਆ ਕਲਮਾ ਹੁੰਦਾ। माड़ी हुई ना गल, वो क्या बाहर के मारे हैं। ਅੱਤਵਾਦ ਦੇ ਖਾਤਮੇ ਲਈ ਸਖਤੀ ਕਹਿੰਦੇ ਵਰਤਣੀ ਪੈਣੀ। पहला बहुत बरती, हुण भी बहुत बरती। ਤੋ ਹੋਰ ਵੀ ਜਿਹੜੇ ਕਿ ਚੰਡੀਗੜ੍ਹ ਦੇ ਵਸਨੀਕ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਸੋ ਬਾਪੂ ਜੀ, ਜਿਸ ਤਰ੍ਹਾਂ ਦੇ ਨਾਲ ਇਹ ਤਣਾਅਪੂਰਨ ਸਥਿਤੀ ਬਣੀ ਹੋਈ ਹੈ, ਕਿਵੇਂ ਦੇਖਦੇ ਹੋ ਪੂਰੇ ਦੋਵੇਂ ਮੁਲਕਾਂ ਦੇ ਵਿਚਾਲੇ, ਅਮਰੀਕਾ ਆਪਣਾ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ? माड़ी है। हाँ, ਤੋ ਕਹਿੰਦੇ ਨੇ ਕਿ ਜੰਗ ਵਰਗੇ ਅਸਾਰ ਪੂਰੇ ਬਣੇ ਹੋਏ ਨੇ। वो तो गवर्नमेंट का कम है, जंग मारे हथ में नहीं है, थारे हथ में नहीं है। तो मैं तो भड़का सका या बचा सका, दो कम सिर्फ है नहीं। भड़काण लग जाए तो चकते हैं कम नूं, जरा बचाण लग जाए तो बचते हैं। दारमदार मीडिया पर है, उन्होंने तो कहना ही जो कहना, दारमदार मीडिया पर है। ਪਰ ਕਹਿੰਦੇ ਕਿ ਅੱਤਵਾਦ ਜੇ ਖਤਮ ਕਰਨਾ ਫਿਰ ਸਖਤੀ ਤਾਂ ਵਰਤਣੀ ਪੈਣੀ ਹੈ। ਕਿ ਅੱਤਵਾਦ ਦੇ ਖਾਤਮੇ ਲਈ ਸਖਤੀ ਕਹਿੰਦੇ ਵਰਤਣੀ ਪੈਣੀ ਹੈ। पहला बहुत बरती, हुण भी बहुत बरती। किन्ने क मारे बंदे बेसाब, हुण फिर मार दूंगे। ये काम तो इस दिन है, वो जम्मी है फिर। ਬਾਕੀ ਜਿਸ ਤਰ੍ਹਾਂ ਦੇ ਨਾਲ ਇੱਕ ਵਾਰ ਫਿਰ ਤੋਂ ਜਿਹੜਾ ਕਿ ਮਜਬਾ ਦਾ ਰੌਲਾ ਪਿਆ ਹੈਗਾ ਆ ਕਿ ਧਰਮ ਦੀ ਆੜ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਮਾਨਵਤਾ ਦੀ ਹੱਤਿਆ। थानू लगा भी वो इस तरह था, लगा ਕਿ ਕਈਆਂ ਕੋਲ ਪੁੱਛਿਆ ਗਿਆ ਕਿ ਤੇਰਾ ਧਰਮ ਕੀ ਹੈ। मैं तो आप नू पूछ रहा, हम आप जिम्मेवार आदमी है, हिंदुस्तानी है। ये होया उन्होंने ये तो कोई बोलता दिखाया नहीं। ਪਰ ਜਿਹੜੇ ਕਿ ਪੀੜਤ ਹੈਗੇ ਨੇ ਉਹਨਾਂ ਕਹਿ ਰਹੇ ਕਿ ਸਾਡੇ ਕੋਲ ਪੁੱਛਿਆ ਗਿਆ ਕਲਮਾ ਹੁੰਦਾ। माड़ी हुई ना गल, वो क्या बाहर के मारे हैं बस। ਸੋ ਬਾਕੀ ਪੁਲਵਾਮਾ ਦੇ ਵਿੱਚ ਇਹ ਜਿਹੜੀ ਘਟਨਾ ਵਾਪਰੀ ਹੈ, ਹੋਰ ਵੀ ਆਪਾਂ ਗੱਲਬਾਤ ਕਰ ਲੈਣੇ। ਸੋ ਪੂਰਾ ਜਿਹੜਾ ਕਿ ਇਹ, ਸੋ ਤੁਹਾਡਾ ਕੀ ਕਹਿਣਾ ਹੈਗਾ ਜੀ ਜਿਸ ਤਰ੍ਹਾਂ ਦੇ ਨਾਲ ਸਥਿਤੀ ਬਣੀ ਹੋਈ ਹੈ? बहुत गलत काम है। इस तरह किसी के नशा लोगों के ऊपर हथियार चलाना कोई ठीक बात थोड़ी है। ਤੇ ਕੱਲ ਨੂੰ ਜੇਕਰ ਅਜਿਹਾ ਕੁਝ ਮਾਹੌਲ ਵਿਗੜਦਾ ਹੈਗਾ, ਜੰਗ ਲੱਗਦੀ ਹੈ, ਤਾਂ ਨੁਕਸਾਨ ਤਾਂ ਫਿਰ ਆਮ ਪਬਲਿਕ ਦਾ ਹੈ। हाँ, नुकसान तो दो ही तरह का होगा जो उन्होंने भी करते अटैक। ਤੋ ਕਾਫੀ ਜ਼ਿਆਦਾ ਰੋਸ ਹੈਗਾ ਆ, ਖਾਸ ਕਰਕੇ ਜੇਕਰ ਆਪਾਂ ਗੱਲਬਾਤ ਕਰੀਏ ਇਸ ਵੇਲੇ ਚੰਡੀਗੜ੍ਹ ਦੇ ਵਸਨੀਕ ਜਿਹੜੇ ਕਿ ਲੋਕ ਹੈਗੇ ਨੇ ਉਹਨਾਂ ਵੱਲੋਂ ਰੋਸ ਜ਼ਾਹਰ ਕੀਤੇ। ਸੋ ਕਿਸ ਤਰ੍ਹਾਂ ਦੇਖਦੇ ਹੋ ਪੂਰਾ ਘਟਨਾਕ੍ਰਮ ਜੋ ਪਹਿਲਗਾਮ ਦੇ ਵਿੱਚ ਹੁੰਦਾ ਤੇ ਹੁਣ ਸਥਿਤੀ ਇਹ ਬਣੀ ਹੋਈ ਹੈ ਕਿ ਜੰਗ ਦੇ ਅਸਾਰ ਨੇ? ਜੰਗ ਦੇ ਅਸਾਰ ਨਜ਼ਰ ਨਹੀਂ ਆਉਂਦੇ ਕਿਉਂਕਿ UNO ਦੇ ਵਿੱਚ ਮੇਜਰ ਰੋਲ ਰੱਖਦਾ ਹੈ। ਅੱਛਾ। UNO ਦੀ ਕਾਨਫਰੰਸ ਜਦੋਂ ਹੋਏਗੀ ਉਦੋਂ ਪਤਾ ਚੱਲੇਗਾ ਕਿ ਕੀ ਰੈਫਰੈਂਸ ਟੂ ਕੰਟੈਕਸਟ ਹੈ। ਉਸ ਰੈਫਰੈਂਸ ਟੂ ਕੰਟੈਕਸਟ ਨੂੰ ਗਿਣਦਿਆਂ ਹੋਇਆਂ ਅਸੀਂ ਕੈਲਕੂਲੇਟ ਕਰਨੇ ਆ ਕਿ ਅੱਜ ਕੱਲ੍ਹ ਦਾ ਜਿਹੜਾ ਐਟਮੋਸਫੀਅਰ ਹੈ ਕਿੰਨਾ ਕੁ ਆਪਣਾ ਰੋਗਿਜ਼ਮ ਸਟੈਂਡਰਡਿਜ਼ਮ ਨੂੰ ਖਰਾਬ ਕਰ ਰਿਹਾ। ਸੋ ਸਾਡੇ ਹੀ ਲੋਕ ਨੇ ਜਿਹੜੇ ਆਪਸ 'ਚ ਮਿਲ ਕੇ ਫੁੱਟ ਪਾ ਕੇ ਪਾਕਿਸਤਾਨ ਨੂੰ ਉਕਸਾ ਰਹੇ ਨੇ। ਸਾਨੂੰ ਪਤਾ ਨਹੀਂ ਚੱਲ ਰਿਹਾ ਕਿ ਕਿਹੜੇ ਲੋਕ ਨੇ। ਉਹਨਾਂ ਨੂੰ ਮੋਦੀ ਦੀ ਨੀਤੀ ਨਾਲ ਆਪਣੀ ਧਰਪਕੜ ਕਰ ਰਿਹਾ ਕਿਉਂਕਿ ਮੋਦੀ ਹੈ ਜਿਹੜਾ ਉਹ ਬੜਾ ਹੀ ਪ੍ਰਧਾਨ ਔਰ ਸ਼ੁੱਧ ਬੁੱਧੀ ਵਾਲਾ ਹੈ। ਉਹ ਮਨ ਦੀ ਗੱਲ ਸੁਣਦਾ ਹੈ, ਆਪਣੀ ਹੀ ਕਰਦਾ ਹੈ, ਪਰ ਪ੍ਰਜਾ ਦੀ ਪਾਰਲੀਮੈਂਟਰੀ ਜਿਹੜੀ ਆਪਣਾ ਕਾਨਫਰੰਸ ਹੁੰਦੀ ਹੈ ਉਸ ਦੇ ਮੁਤਾਬਕ ਆਪਣੇ ਆਪ ਨੂੰ ਢਾਲ ਲੈਂਦਾ ਹੈ। ਸੋ ਇਸ ਮੋਲਡਿੰਗ ਨਾਲ ਹੀ ਅਸੀਂ ਇਸ ਯੁੱਧ ਨੂੰ अपना परे रख सकते हैं।
ਸੋ ਆਪਣੇ ਆਪ ਨੂੰ ਮੋਲਡ ਕਰੋ ਤੇ ਮੋਲਡ ਨਾਲ ਸਾਰੀ ਆਪਣੇ त्रुटियां दूर हो जाएंगी। तो बाकी हाई अलर्ट तक कर ਦਿੱਤਾ ਗਿਆ ਬਾਰਡਰਾਂ ਦੇ ਉੱਪਰ ਤਿੰਨੇ ਫੋਰਸਾਂ ਦੇ ਜਿਹੜੇ ਕਿ ਮੁਖੀ ਹੈਗੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਜੋ ਤੁਸੀਂ ਐਕਸ਼ਨ ਲੈਣਾ ਆਪਣੇ ਬਿਹਾਫ ਤੇ ਲੈ ਸਕਦੇ ਹੋ। हाँ पार्लियामेंट ਵਿੱਚ ਇਹ ਡਿਸਾਈਡ ਹੋਇਆ ਹੈ ਕਿ ਅਲਰਟਨੈਸ ਸ਼ੁੱਡ ਬੀ देयर, ਸਾਵਧਾਨੀ ਦੇ ਵਿੱਚ ਹੀ ਸੁੱਖ ਹੈ। ਸੋ ਸਾਵਧਾਨੀ ਕਰਕੇ ਜਿਹੜੀ ਆਪਣਾ ਫੌਜ ਸੀਮਾਵਾਂ ਤੇ ਲਗਾਈ ਹੈ ਉਹ ਮਾਰ ਕਾਟ ਵਾਸਤੇ ਨਹੀਂ ਲਗਾਈ, ਆਪਣੀ ਸਿਕਿਉਰਿਟੀ ਵਾਸਤੇ ਲਗਾਈ ਹੈ ਔਰ ਉਹ ਸਿਕਿਉਰਿਟੀ ਵੀ ਆਪਣੀ ਪ੍ਰੋਟੈਕਸ਼ਨ ਵਾਸਤੇ ਦੂਸਰੇ ਬਾਰਡਰ ਚੋਂ ਜਿਹੜੇ ਸੈਨਿਕ ਆਉਂਦੇ ਨੇ ਉਹਨਾਂ ਨੂੰ ਵੀ ਅਸੈਸੀਨੇਟ ਨਹੀਂ ਕਰਦੀ, ਉਹ ਉਹਨਾਂ ਨੂੰ ਅਰੈਸਟ ਕਰਦੀ ਹੈ, ਉਹਨਾਂ ਨੂੰ ਸਮਝਾਉਂਦੀ ਹੈ ਤੇ ਉਹ ਮੰਨ ਵੀ ਜਾਂਦੇ ਨੇ। ਸੋ ਸਾਡੀ ਫੋਰਸਿਸ ਜਿਹੜੀਆਂ ਹੈਗੀਆਂ ਨੇ ਉਹ ਬਿਲਕੁਲ ਵੇਰੀਏਸ਼ਨ ਨੂੰ ਦੂਰ ਕਰ ਰਹੀਆਂ ਨੇ। ਸੋ ਦੇਖਿਆ ਜਾਵੇ ਤਾਂ ਹੁਣ ਜੋ ਸਥਿਤੀ ਹੈਗੀ ਆ ਬਾਰਡਰ ਸੀਲ ਨੇ, ਵਪਾਰ ਦੋਨਾਂ ਮੁਲਕਾਂ ਵਿਚਾਲੇ ਠੱਪ ਹੋ ਚੁੱਕਿਆ, ਵਪਾਰੀ ਵਰਗ ਤਾਂ ਅੱਗੇ ਦੁਹਾਈ ਦੇ ਰਿਹਾ। ਹਾਂ ਵਪਾਰੀ ਵਰਗ ਦੀ ਤੁਸੀਂ ਗੱਲ ਕਰੋ ਤਾਂ ਫਾਈਨੈਂਸ਼ਲੀ ਸਾਡੀ ਜਿਹੜੀ ਵਪਾਰਿਕ ਵਿਵਸਥਾ ਹੈ ਉਹ ਵੀਕ ਹੈ, ਵੀਕ ਕਮਿਊਨਿਟੀ ਹੈ ਜਿਹੜੀ ਉਹ ਸਿਕਿਉਰਿਟੀ ਦੇ ਵੀ ਸਹਾਇਤਾ ਨਹੀਂ ਕਰ ਰਹੀ। ਸੋ ਸਿਕਿਉਰਿਟੀ ਜਿਹੜਾ ਆਪਣਾ ਮੋਦੀ ਜੀ ਨੇ ਵੀਰ ਹਰ ਘਰ ਚੋਂ ਵੀਰ ਸੈਨਿਕ ਲੈਣਾ ਹੈ, ਅਗਨੀਵੀਰ ਲੈਣਾ ਹੈ। ਸੋ ਉਸ ਅਗਨੀਵੀਰ ਨੇ ਆਪਣੀ ਸਿਕਿਉਰਿਟੀ ਵਾਸਤੇ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ, ਫੈਮਿਲੀ ਨੂੰ ਵੀ ਪ੍ਰੋਟੈਕਟ ਕਰਨਾ। ਸੋ ਡਿਊਅਲ ਮੈਂਡੇਟ ਹੁੰਦਿਆਂ ਸਾਡੀ ਸਰਕਾਰ ਵੀ ਡਿਊਅਲ ਮੈਂਡੇਟ ਹੋ ਗਈ ਹੈ। ਸੋ ਡਿਊਅਲ ਮੈਂਡੇਟ ਨਹੀਂ ਹੋਣਾ, ਆਪਣੇ ਆਪ ਨੂੰ ਕੰਸਨਟਰੇਟ ਕਰਨਾ ਹੈ। ਜਿਸ ਤਰ੍ਹਾਂ ਕਿ ਆਪਣੇ ਸਿਕਿਉਰਿਟੀ ਆਫੀਸਰ ਅੱਜ ਕੱਲ੍ਹ ਕੌਣ ਨੇ, ਉਹ ਆਪਣਾ ਪ੍ਰੋਟੈਕਸ਼ਨ ਦਾ ਪੂਰਾ ਇੰਤਜ਼ਾਮ ਕਰਕੇ ਬੈਠੇ ਨੇ। ਸੋ ਪਾਕਿਸਤਾਨ ਵਰਗੀ ਮੁਰਗੀ ਜੇ ਸਾਡੇ ਬਿੱਲੀ ਵਰਗੇ ਹਿੰਦੁਸਤਾਨ ਨੂੰ ਅੱਗੇ ਡਾਲ ਦਿੱਤੀ ਜਾਏ ਤੇ ਬਿੱਲੀ ਤੇ ਮੁਰਗੀ ਨੂੰ ਖਾਏਗੀ। ਸੋ ਕਮਜ਼ੋਰ ਜਿਹੜਾ ਉਹ ਦਬ ਜਾਏਗਾ। ਪਰ ਅਸੀਂ ਉਹਨੂੰ ਪ੍ਰੈਸ਼ਰ ਨਹੀਂ ਪਾਉਣਾ ਚਾਹੁੰਦੇ, ਅਸੀਂ ਕਹਿੰਦੇ ਹਾਂ ਕਿ ਡਿਪਰੈਸ਼ਨ ਵਿੱਚ ਆ ਜਾਵਾਂਗੇ। ਇਸ ਕਰਕੇ ਪਾਕਿਸਤਾਨ ਦਾ ਜਿਹੜਾ ਡਿਪਰੈਸ਼ਨ ਹੈ ਉਹ ਸਾਡਾ ਡਿਪਰੈਸ਼ਨ ਹੈ, ਇਹ ਐਗਰੈਸ਼ਨ ਦੇ ਰੂਪ ਧਾਰਨ ਅੱਜ ਵੀ ਖਬਰ ਆ ਰਹੀ ਹੈਗੀ ਹੈ ਕਿ ਜਿਹੜੇ ਕਿ ਮਿਜ਼ਾਈਲ ਹੈਗੇ ਨੇ ਉਹ ਟੈਸਟਿੰਗ ਦੇ ਹੋ ਗਏ ਨੇ ਤੇ ਕਈ ਜਗ੍ਹਾ ਦੇ ਉੱਪਰ ਜੋ ਟੈਸਟਿੰਗ ਹੋ ਰਹੀ ਹੈਗੀ। ਸੋ ਲੱਗਦਾ ਕਿ ਆਉਣ ਵਾਲੀ ਸਥਿਤੀ ਵਿਗੜਨ ਵਾਲੀ ਹੈ। ਆਉਣ ਵਾਲੀ ਸਥਿਤੀ ਬਿਲਕੁਲ ਵਿਗੜਨੀ ਨਹੀਂ ਹੈ, ਇਹ ਸਿਰਫ ਸਾਡਾ ਕੈਂਪੇਨ ਹੈ। ਇਸ ਕੈਂਪੇਨ ਨੂੰ ਦਬਾਉਣ ਵਾਸਤੇ ਬੜੇ ਬੜੇ ਇੰਟੈਲੀਜੈਂਟ ਤੁਹਾਡੇ ਵਰਗੇ ਇਹਨਾਂ ਵਰਗੇ ਸਾਰੇ ਤਿਆਰ ਬੈਠੇ ਨੇ ਵੀ ਕਿਧਰੇ ਵੀ ਮੂਰਖਤਾ ਕੋਈ ਹੋਵੇ ਤਾਂ ਅਸੀਂ ਉਹਨੂੰ ਸਮਝਾਈਏ। ਮੂਰਖਤਾ ਨੂੰ ਸਮਝਾਉਣਾ ਹੈ, ਨਾ ਕਿ ਐਗਰੈਸਿਵ ਬਣਨਾ। ਸੋ ਕੁਝ ਹੋਰ ਜਿਹੜੇ ਕਿ ਮਾਰਕੀਟ ਦੇ ਦੁਕਾਨਦਾਰ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਨਾ ਚਾਹਾਂਗੇ। ਸਰ ਕਿਸ ਤਰ੍ਹਾਂ ਦੇਖਦੇ ਹੋ ਜੋ ਇਹ ਅਟੈਕ ਹੋਣ ਤੋਂ ਬਾਅਦ ਪੂਰੀ ਸਥਿਤੀ ਬਣੀ ਹੋਈ ਹੈ ਇੰਡੀਆ ਪਾਕਿਸਤਾਨ ਦੇ ਦਰਮਿਆਨ? ਸਥਿਤੀ ਤਾਂ ਜੀ ਇਸ ਟਾਈਮ ਹਿੰਦੁਸਤਾਨ ਤੇ ਪਾਕਿਸਤਾਨ 'ਚ ਬੜੀ ਟਫ ਬਣੀ ਹੋਈ ਹੈ ਤੇ ਉਹਦੇ ਬਾਵਜੂਦ ਜਿਹੜਾ ਉੱਥੇ ਉਹ ਵਾਕਿਆ ਹੋਇਆ ਉਹ ਬਹੁਤ ਹੀ ਦਰਦਨਾਕ ਹੋਇਆ, ਦਰਦਨਾਕ ਵੀ ਹੋਇਆ ਤੇ ਉਹਨਾਂ ਨੇ ਬਿਲਕੁਲ ਸ਼ਰਮ ਦੀ ਵੀ ਹੱਦ ਹੀ ਕ੍ਰੋਸ ਕਰਤੀ ਉਹਨਾਂ ਨੇ, ਜੋ ਉਹਨਾਂ ਨੇ ਕਾਂਡ ਕੀਤਾ। ਨੰਬਰ ਇੱਕ ਉਹਨਾਂ ਨੇ ਉੱਥੋਂ ਹਿੰਦੂ ਮੁਸਲਿਮ ਦਾ ਜਿਹੜਾ ਸੀ ਸਵਾਲ ਪਾ ਕੇ ਵੀ ਹਿੰਦੂ ਅਲੱਗ ਕਰਤੇ ਮੁਸਲਿਮ ਅਲੱਗ ਕਰਤੇ। ਫਿਰ ਸਭ ਤੋਂ ਵੱਡੀ ਉਹਨਾਂ ਨੇ ਬਦਤਮੀਜ਼ੀ ਕੀਤੀ, ਕੱਪੜੇ ਤਰਾ ਕੇ ਬੰਦਿਆਂ ਨੂੰ ਚੈੱਕ ਕਰਕੇ ਵੀ ਇਹ ਹਿੰਦੂ ਹੈ ਕਿ ਮੁਸਲਿਮ ਹੈ, ਉਹਨਾਂ ਦੇ ਸਿਰਾਂ ਵਿੱਚ ਗੋਲੀਆਂ ਮਾਰੀਆਂ। ਸਭ ਤੋਂ ਵੱਡਾ ਇਹ ਦਰਦਨਾਕ ਹਾਦਸਾ ਹੋਇਆ। ਬਾਕੀ ਹੁਣ ਜਿਹੜੇ ਕਿ ਹਾਲਾਤ ਇਹ ਹੋ ਗਏ ਨੇ ਕਿ ਦੋਵੇਂ ਮੁਲਕ ਆਮੋ ਸਾਹਮਣੇ ਹੈਗੇ ਨੇ, ਇੱਧਰੋਂ ਤਿੰਨੋਂ ਫੋਰਸਾਂ ਦੇ ਮੁਖੀਆਂ ਨੂੰ ਅਲਰਟ ਕਰ ਦਿੱਤਾ ਗਿਆ ਕਿ ਤੁਸੀਂ ਕਾਰਵਾਈ ਕਰੋ ਜੋ ਵੀ ਕਰਨੀ ਹੈ। ਕਾਰਵਾਈ ਤਾਂ ਜੀ ਦੇਖੋ ਉੱਥੇ ਹੋਣੀ ਚਾਹੀਦੀ ਹੈ। ਸਾਡਾ ਜਿਹੜਾ ਹਿੰਦੁਸਤਾਨ ਹੈ ਇਸ ਟਾਈਮ ਉਸ ਕਾਰਵਾਈ ਦੇ ਉੱਤੇ ਹੀ ਖੜਾ ਵੀ ਕਦੋਂ ਕਾਰਵਾਈ ਹੋਵੇ। ਅਗਰ ਇਨ ਕੇਸ ਇਹ ਕਾਰਵਾਈ ਨਾ ਹੋਈ ਤਾਂ ਜਿਹੜੀ ਇਸ ਟਾਈਮ ਮੌਜੂਦਾ ਸਰਕਾਰ ਹੈ ਉਹਦੇ ਬਹੁਤ ਲੋਕੀ ਬਰਖਲਾਫ ਹੋ ਜਾਣਗੇ ਵੀ ਇਸ ਸਰਕਾਰ ਨੇ ਕੁਝ ਨਹੀਂ ਕੀਤਾ। ਅਗਰ ਇਹ ਸਰਕਾਰ ਕੁਝ ਕਰਦੀ ਹੈ ਤੇ ਲੋਕ ਇਹਨਾਂ ਦੇ ਮਗਰ ਰਹਿਣਗੇ। ਬਾਕੀ ਤੁਹਾਡਾ ਕੀ ਕਹਿਣਾ ਹੈਗਾ ਪੂਰੇ ਮਸਲੇ ਦੇ ਉੱਪਰ, ਜਿਸ ਤਰ੍ਹਾਂ ਦੇ ਨਾਲ ਇਸ ਵਪਾਰੀ ਵਰਗ ਨੂੰ ਕਾਫੀ ਦਿੱਕਤ ਹੋ ਰਹੀ ਹੈ, ਬਾਰਡਰ ਸੀਲ ਕੀਤੇ ਹੋਏ ਹੈਗੇ ਨੇ? अपन देखो इस बात की कोई वो नहीं है, यहाँ से जो भाईचारा खत्म होने लग रहा है, बस मेन बात ये है। तो जात पात के आधार पे हले भी फुट पान दी ਜਿਹੜੀ ਪੂਰੀ ਸਾਥ ਹੋ ਰਹੀ ਹੈ। अब देखो इस बात का बाजार में कुछ वो नहीं है, सब आराम से हैं। मुस्लिम कह रहा है कि भाई हिंदू मारे हैं, हिंदू कह रहा है मुस्लिम मारे हैं, कोई ऐसी बात नहीं है बाज़ारों में। जो होगी तो बाहर होगी, ਬਾਜ਼ਾਰਾਂ में कोई ऐसी बात नहीं, आपस में दुकानदाਰਾਂ में। ਸੋ ਇੱਕ ਇੰਡੀਅਨ ਹੋਣ ਦੇ ਨਾਤੇ ਤੁਸੀਂ ਕੀ ਕਹਿੰਦੇ ਹੈਗੇ ਕਿ ਜਿਹੜੇ ਹਾਲਾਤ ਹੈਗੇ ਨੇ ਇਹ ਗੱਲਬਾਤ ਜ਼ਰੀਏ ਸੁਲਝਾਏ ਜਾ ਸਕਦੇ ਨੇ, ਫਿਰ ਜੰਗ ਹੀ ਇਹਦਾ ਕੀ ਇੱਕ सुलझाए जाए तो और अच्छा है। लॉस तो दोनों तरफ है, बहुत मोटा लॉस है, बहुत मोटा। ये ना 100 साल भी काबू नहीं आएगा भाई। पाकिस्तान तो ख़त्म हो जाएगा, इंडिया भी है ना
भाई 100 साल भी काबू नहीं आएगा, 100 साल भी। ਜੇਕਰ ਜੰਗ ਲੱਗਦੀ ਹੈ हाँ जंग लगती है तो किसी रेट में भी काबू में नहीं आएगा ये। ਹਲੇ ਵੀ ਜਿਹੜੇ ਕਿ ਬਾਰਡਰ ਦੇ ਕਈ ਏਰੀਆ ਹੈਗੇ ਨੇ ਉੱਥੇ ਜਿਹੜੀ ਕਿ ਅਨਾਉਂਸਮੈਂਟ ਹੋ ਰਹੀ ਹੈ ਪਿੰਡ ਖਾਲੀ ਕਰਨ ਦੇ ਵੀ ਕਿਹਾ ਜਾ ਰਿਹਾ ਅਲਰਟ ਕੀਤਾ ਗਿਆ देखो जी वो तो सरकार का काम है, क्या करेंगे क्या नहीं। जो हमारे अपने बाजार के हिसाब है उस हिसाब से तो गलत होया, बाकी यहाँ पे हिंदू मुस्लिम का कोई चक्करबाजी नहीं, एक दूसरे ने चामा। ਤਾਂ ਯੂਥ ਹੋਣ ਦੇ ਨਾਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੈਗੇ ਜੋ ਪੂਰੀ ਇਹ ਸਥਿਤੀ ਇਸ ਵੇਲੇ ਹੈਗੀ सर रिगार्डिंग पहलगाम अटैक जो हुआ है वो बहुत दर्दनाक हुआ है। मतलब अगर यूथ को लेके भी चले तो नुकसान देखो हर किसी को है, चाहे वो यूथ को लेके हो, चाहे बच्चे को लेके हो, चाहे बड़े को लेके हो। नुकसान ऑल इंडिया अपना इकॉनमी को भी हुआ है। और देखा जाए तो जो इस हिसाब से भी सोशल मीडिया पे चल रहा है, सोशल मीडिया और मीडिया जो इस टाइम सबसे ज़्यादा इसका यूज़ नेगेटिव वे में यूज़ कर रही है उसको। अगर सरकार उसको लेके कोई अच्छा स्टेप उठाती है तो मीडिया को लेके उसको शोकेस नहीं करना चाहिए अभी इस टाइम पे। शोकेस इन द सेंस कि मतलब अभी बताना नहीं चाहिए कि हमारा नेक्स्ट मूव क्या होना चाहिए, कि जिसकी वजह से हमें पाकिस्तान को भी उसको बेनिफिट मिले। बेनिफिट इन द सेंस उनको, जैसे लास्ट टाइम भी हमारी कोई इशू होता है तो लास्ट टाइम पाकिस्तान को उस चीज़ में बेनिफिट मिला था कि हमारा नेक्स्ट मूव क्या होएगा। तो कभी भी हम मीडिया को लेके भी मीडिया को सतर्क रहना चाहिए इस चीज़ को कि हमारी सरकार क्या कर रही है, मोदी जी क्या कर रहे हैं, कोई भी अगर पॉलिटिकल पर्सन है तो उसको लेके अभी हमें थोड़ा चुप रहना चाहिए, चुप ही बांध के रखना चाहिए। मे बी सरकार पे हमें पूरा भरोसा रखना चाहिए। 101% हमने चुनी है सरकार। ਜੋ सरकार ਹੁਣ ਡਿਸੀਜਨ ਲਿਆ ਗਿਆ ਹੈਗਾ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੈਗੇ डिसीजन कौन सा डिसीजन की बात कर रहे हो? जैसे कि अभी पूरी स्ट्रिक्टनेस बरतने की बात आ रही है, बॉर्डर पे अलर्ट कर दिया गया है। बिल्कुल, देखो हमारा फर्स्ट स्टेप तो यही है कि हमारी जो लाइंस है, हमारे बॉर्डर है, हम बॉर्डर से ऊपर कहीं नहीं जा सकते हैं। जो कंट्रीज़ की टेरिटरी होती है, विद इन टेरिटरी हम उसको अपना 100% सेव करें। हम इंडिया में है, हमारी इंडियन टेरिटरी है, जो हम उसको सेव करेंगे तभी हमारे को कोई भी हम आगे डिसीजन ले पाएंगे। अब इन्होंने रेडार्स लगाए हैं, जो रेडार जो हमारे ज़रूरी है ताकि अगर कोई भी एयरफोर्स अगर पाकिस्तान की दूसरी कंट्री की भी आती है वो रेडार की रेंज में हमारे को हम कवरेज रहनी चाहिए, पता रहना चाहिए कौन से अपने एयरक्राफ्ट या कोई भी अगर नेवी आ रही है तो वो रेडार की रेंज में रहनी चाहिए। अभी मेन उन्होंने अभी लेटेस्ट पता चला हमें रेडार्स लगाए हैं मोदी जी के कहने पे। तो रेडार्स की वजह से ये रहेगा कि कोई भी एयरक्राफ्ट अगर पाकिस्तान का आ रहा है तो विद इन रेंज रहेगा वो हमारे, ताकि हमारे भी जो एयरक्राफ्ट्स हैं उसको लेके एक्शन ले सकें।